ABC ਪੰਜਾਬ ਦੇ ਵਿਸ਼ੇਸ਼ ਬੁਲੇਟਿਨ ਦੇਸ਼ ਦਾ ਖਬਰਨਾਮਾ ਵੀ ਤੁਹਾਡਾ ਸਵਾਗਤ ਹੈ। ਪਹਿਲਾਂ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ। NCERT ਦੇ ਸਿਲੇਬਸ ਦੇ ਵਿੱਚ ਰਮਾਇਣ ਤੇ ਮਹਾਭਾਰਤ ਦਾ ਪਾਠ ਪੜ੍ਹਾਇਆ ਜਾ ਸਕਦਾ ਵਿਦਿਆਰਥੀਆਂ ਨੂੰ। ਉੱਤਰਾਕਾਸ਼ੀ ਟਨਲ 'ਚ ਫਸੇ ਮਜ਼ਦੂਰਾਂ ਦਾ ਆਪਣੇ ਪਰਿਵਾਰਕ ਮੈਂਬਰ ਨੂੰ ਸੁਨੇਹਾ, ਅਸੀਂ ਬਿਲਕੁਲ ਠੀਕ ਠਾਕ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਜਸਥਾਨ ਦੇ ਮੁੱਖ ਮੰਤਰੀ ਤੇ ਵੱਡੀ ਟਿੱਪਣੀ, ਕਹਿੰਦੇ ਕਿ ਦੰਗਿਆਂ ਦੇ ਦੋਸ਼ੀ ਮੁੱਖ ਮੰਤਰੀ ਦੇ ਘਰ ਜਾ ਕੇ ਕਰਦੇ ਨੇ ਦਾਅਵਤ। ਸੁਪਰੀਮ ਕੋਰਟ ਦੀ ਵੱਡੀ ਟਿੱਪਣੀ, ਕਿਸਾਨਾਂ ਨੂੰ ਵਿਲਨ ਨਾ ਬਣਾਓ, ਪਰਾਲੀ ਮਸਲੇ ਨੂੰ ਲੈ ਕੇ ਹੋਈ ਸੁਣਵਾਈ। ICMR ਦਾ ਦਾਅਵਾ, ਕਰੋਨਾ ਵੈਕਸੀਨ ਦੇ ਨਾਲ ਅਚਾਨਕ ਮੌਤਾਂ ਨਹੀਂ ਵਧੀਆਂ, ਫੈਮਿਲੀ ਹਿਸਟਰੀ, ਹਸਪੀਟਲਾਈਜੇਸ਼ਨ, ਸ਼ਰਾਬ, ਡਰੱਗਸ ਅਤੇ ਇੰਟੈਂਸ ਵਰਕ ਵੀ ਜ਼ਿੰਮੇਵਾਰ। ਵਨ ਨੇਸ਼ਨ ਵਨ ਇਲੈਕਸ਼ਨ ਦਾ ਫਾਇਦਾ ਕਿਸ ਪਾਰਟੀ ਨੂੰ ਹੋਏਗਾ, ਕੀ ਸੱਤਾਧਾਰੀ ਪਾਰਟੀ ਨੂੰ ਹੋਏਗਾ? ਅੱਜ ਹੋਈ ਵਨ ਨੇਸ਼ਨ ਵਨ ਇਲੈਕਸ਼ਨ ਦੀ ਬਣਾਈ ਗਈ ਕਮੇਟੀ ਦੀ ਮੀਟਿੰਗ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਅਗਰ ਇਸ਼ਤਿਹਾਰਾਂ ਤੇ 1100 ਕਰੋੜ ਰੁਪਏ ਖਰਚੇ ਜਾ ਸਕਦੇ ਨੇ ਤੇ ਫਿਰ RRTC ਪ੍ਰੋਜੈਕਟ ਤੇ 415 ਕਰੋੜ ਰੁਪਏ ਕਿਉਂ ਨਹੀਂ ਜਾਰੀ ਕੀਤੇ ਗਏ? ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਇਕ ਹਿਰਾਸਤ 21 ਦਿਨ ਹੋਰ ਵਧੀ। ਰਾਜਸਥਾਨ ਚੋਣਾਂ ਤੋਂ ਪਹਿਲਾਂ ਜੇਲ੍ਹ ਚੋਂ ਬਾਹਰ ਆਏ ਬਲਾਤਕਾਰੀ ਤੇ ਕਾਤਲ ਬਾਬਾ ਗੁਰਮੀਤ ਰਾਮ ਰਹੀਮ ਸਿੰਘ। ਰਾਜਸਥਾਨ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦਾ ਚੋਣ ਘੋਸ਼ਣਾ ਪੱਤਰ, 10 ਲੱਖ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਨੌਕਰੀਆਂ, ਜਾਤੀ ਦੇ ਆਧਾਰ ਤੇ ਹੋਏਗੀ ਜਨਗਣਨਾ। ਸੁਪਰੀਮ ਕੋਰਟ ਦੀ ਟਿੱਪਣੀ, ਸਟੂਡੈਂਟਸ ਜਿਹੜੇ ਆਪਣੀ ਜੀਵਨ ਲੀਲਾ ਖਤਮ ਕਰ ਰਹੇ ਨੇ ਉਹਦੇ ਵਾਸਤੇ ਮਾਪੇ ਵੀ ਜ਼ਿੰਮੇਵਾਰ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੀ ਜਿੱਤ ਹਾਰ ਤੇ ਲੱਗੀ 10 ਲੱਖ ਰੁਪਏ ਦੀ ਸ਼ਰਤ। ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਾਂਗਰਸ ਪਾਰਟੀ ਤੇ ਵੱਡੀ ਟਿੱਪਣੀ, ਜਦ ਕਾਂਗਰਸ ਪਾਰਟੀ ਦੀ ਸੱਤਾ ਸੀ ਤਾਂ ਆਏ ਦਿਨ ਹੁੰਦੇ ਸੀ ਬੰਬ ਧਮਾਕੇ। ਹੁਣ ਖਬਰਾਂ ਵਿਸਤਾਰ ਨਾਲ। ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ NCERT ਦੇ ਸਿਲੇਬਸ ਦੇ ਵਿੱਚ ਰਮਾਇਣ ਅਤੇ ਮਹਾਭਾਰਤ ਸਿਲੇਬਸ 'ਚ ਸ਼ਾਮਲ ਹੋ ਸਕਦੇ ਨੇ। ਇਹਨਾਂ ਨੂੰ ਸਕੂਲ ਦੇ ਇਤਿਹਾਸ ਦੇ ਵਿੱਚ ਸਿਲੇਬਸ ਵਿੱਚ ਭਾਰਤ ਦੇ ਕਲਾਸੀਕਲ ਪੀਰੀਅਡ ਦੀ ਕੈਟਾਗਰੀ ਦੇ ਵਿੱਚ ਰੱਖਿਆ ਜਾ ਸਕਦਾ। NCERT ਦੇ ਹਾਈ ਲੈਵਲ ਪੈਨਲ ਦੀ ਸੋਸ਼ਲ ਸਾਇੰਸ ਦੀ ਕਮੇਟੀ ਨੇ ਇਹਦੀ ਸਿਫਾਰਿਸ਼ ਕੀਤੀ ਹੈ। ਹਾਲਾਂਕਿ ਹਾਲੇ ਤੈਅ ਨਹੀਂ ਹੋਇਆ ਕਿ ਰਮਾਇਣ ਭਾਰਤ ਕਿਸ ਕਲਾਸ ਦੇ ਕਿਸ ਚੈਪਟਰ ਵਿੱਚ ਪੜ੍ਹਾਈ ਜਾਏਗੀ। ਪ੍ਰੋਫੈਸਰ CI ਇਸਾਕ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਪੈਨਲ ਇਹ ਵੀ ਮਤਾ ਰੱਖਿਆ ਕਿ ਸਕੂਲ ਦੀ ਹਰ ਕਲਾਸ ਦੇ ਵਿੱਚ ਦੀਵਾਰ ਤੇ ਸਕੂਲ ਦੇ ਸੰਵਿਧਾਨ ਦੀ ਇੱਕ ਪ੍ਰਸਤਾਵਨਾ ਵੀ ਲਿਖੀ ਜਾਵੇ। ਇਹ ਖੇਤਰੀ ਭਾਸ਼ਾ ਵਿੱਚ ਹੋਣੀਆਂ। ਇਸਾਕ ਇਤਿਹਾਸ ਦੇ ਰਿਟਾਇਰਡ ਪ੍ਰੋਫੈਸਰ ਰਹਿ ਚੁੱਕੇ ਨੇ। ਦਰਅਸਲ NCERT ਦੀ ਸੋਸ਼ਲ ਸਾਇੰਸ ਕਮੇਟੀ ਸਕੂਲਾਂ ਵਿੱਚ ਇਸ ਵਿਸ਼ੇ ਨੂੰ ਸਿਲੇਬਸ ਤੋਂ ਫਿਰ ਤੈਅ ਕਰਨ ਲਈ ਬਣਾਈ ਗਈ ਸੀ। ਕਮੇਟੀ ਨੇ ਇਹ ਵੀ ਤਜਵੀਜ਼ ਰੱਖੀ ਕਿ ਇੰਡੀਅਨ ਨੌਲੇਜ ਸਿਸਟਮ ਤਿਆਰ ਕੀਤਾ ਜਾਵੇ, ਕਿਤਾਬਾਂ ਵਿੱਚ ਵੇਦ ਅਤੇ ਆਯੁਰਵੈਦਿਕ ਵੀ ਸ਼ਾਮਲ ਕੀਤਾ ਜਾਵੇ। ਇਹ ਤਜਵੀਜ਼ NCERT ਦੀ ਨਵੀਂ ਟੈਕਸਟ ਬੁੱਕ ਬਣਾਉਣ ਵਿੱਚ ਮਦਦਗਾਰ ਹੋਏਗੀ। ਹਾਲਾਂਕਿ ਇਹ ਤਜਵੀਜ਼ ਨੂੰ ਹਾਲੇ NCERT ਨੇ ਅੰਤਮ ਮਨਜ਼ੂਰੀ ਦੇਣੀ ਬਾਕੀ ਹੈ। ਪ੍ਰੋਫੈਸਰ ਇਸ਼ਾਕ ਨੇ ਦੱਸਿਆ ਕਿ ਅਸੀਂ ਇਤਿਹਾਸ ਨੂੰ 4 ਹਿੱਸਿਆਂ ਵਿੱਚ ਵੰਡਣ ਦਾ ਸੁਝਾਅ ਦਿੱਤਾ। ਪਹਿਲਾ ਕਲਾਸੀਕਲ ਪੀਰੀਅਡ, ਦੂਜਾ ਮੈਡੀਕਲ ਪੀਰੀਅਡ ਯਾਨੀ ਮੱਧਕਾਲ, ਤੀਸਰਾ ਬ੍ਰਿਟਿਸ਼ ਕਾਲ, ਚੌਥਾ ਮਾਡਰਨ ਭਾਰਤ। ਹਾਲੇ ਇਤਿਹਾਸ ਦੇ ਵਿੱਚ ਇਤਿਹਾਸ ਨੂੰ 3 ਹਿੱਸਿਆਂ ਵਿੱਚ ਹੀ ਪੜ੍ਹਾਇਆ ਜਾਂਦਾ ਰਿਹਾ: ਪ੍ਰਾਚੀਨ ਭਾਰਤ, ਮੱਧਕਾਲੀਨ ਭਾਰਤ ਅਤੇ ਆਧੁਨਿਕ ਭਾਰਤ। ਪ੍ਰੋਫੈਸਰ ਦੇ ਮੁਤਾਬਕ ਕਲਾਸੀਕਲ ਪੀਰੀਅਡ ਵਿੱਚ ਅਸੀਂ ਰਮਾਇਣ ਅਤੇ ਮਹਾਭਾਰਤ ਮਹਾਂਕਾਵਿ ਨੂੰ ਪੜ੍ਹਾਉਣ ਦਾ ਸੁਝਾਅ ਦਿੱਤਾ। ਸਾਡਾ ਮੰਨਣਾ ਹੈ ਕਿ ਸਟੂਡੈਂਟ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਰਾਮ ਕੌਣ ਸੀ ਤੇ ਉਸ ਦਾ ਉਦੇਸ਼ ਕੀ ਸੀ। ਉੱਤਰਾਖੰਡ ਸੂਬੇ ਦੇ ਉੱਤਰਾਕਾਸ਼ੀ ਦੇ ਸਿਲਕਿਆਰਾ ਟਨਲ ਵਿੱਚ ਪਿਛਲੇ 10 ਦਿਨ ਤੋਂ ਫਸੇ 41 ਮਜ਼ਦੂਰਾਂ ਦਾ ਪਹਿਲਾ ਫੁਟੇਜ ਜਗਜ਼ਾਰ ਹੋਇਆ। ਇਸ ਦੌਰਾਨ ਇੱਕ ਮਜ਼ਦੂਰ ਨੇ ਆਪਣੀ ਮਾਂ ਨੂੰ ਇੱਕ ਇਮੋਸ਼ਨਲ ਮੈਸੇਜ ਵੀ ਭੇਜਿਆ ਕਿ ਮਾਂ ਮੈਂ ਠੀਕ ਹਾਂ ਤੇ ਤੁਸੀਂ ਵੀ ਸਮੇਂ ਸਿਰ ਖਾਣਾ ਖਾਂਦੇ ਰਹਿਣਾ। ਸਿਕਿਆਰਾ ਅਤੇ ਡੰਡਾ ਗਲਾਉਂ ਦੇ ਵਰਟੀਕਲ ਡਰਿਲਿੰਗ ਸ਼ੁਰੂ ਹੋ ਚੁੱਕੀ ਹੈ। ਸਿਕਿਆਰਾ ਤੋਂ ਆਗਰ ਮਸ਼ੀਨ ਦੇ ਜ਼ਰੀਏ 900 mm ਪਾਈਪ ਦੇ ਅੰਦਰ 800 mm ਪਾਈਪ ਪਾਇਆ ਜਾ ਚੁੱਕਾ ਔਰ ਇਸ ਸਾਹਮਣੇ ਆਈ ਰੁਕਾਵਟ ਵੀ ਤਾਂ ਜੋ ਹਟ ਸਕੇ। ਡੰਡਾਲ ਗਾਉਂ ਤੋਂ 6.5 ਮੀਟਰ ਟਨਲ ਬਣਾ ਦਿੱਤੀ ਗਈ ਹੈ। ਹਾਲੇ 400 ਮੀਟਰ ਟਨਲ ਬਣਾਈ ਜਾਣੀ ਬਾਕੀ ਹੈ। ਇਸ ਤੋਂ ਪਹਿਲਾਂ ਅੰਦਰ ਫਸੇ ਮਜ਼ਦੂਰਾਂ ਨੇ ਮੰਗਲਵਾਰ ਨੂੰ ਹੀ ਸਵੇਰੇ 24 ਗਰਮ ਬੋਤਲਾਂ ਵਿੱਚ ਗਰਮ ਖਿਚੜੀ ਅਤੇ ਦਾਲ ਤੇ ਦੁਪਹਿਰ ਵਾਸਤੇ ਸੇਬ ਅਤੇ ਸੰਤਰੇ ਭੇਜੇ ਗਏ ਨੇ। ਕੈਮਰੇ ਵਿੱਚ ਦਿਖਾਈ ਦੇ ਰਹੇ ਫਸੇ ਮਜ਼ਦੂਰਾਂ ਦੇ ਨਾਲ ਗੱਲਬਾਤ ਵੀ ਹੋਈ ਹੈ। ਸਾਰੇ ਮਜ਼ਦੂਰ ਸੁਰੱਖਿਅਤ ਹਨ। ਮਜ਼ਦੂਰਾਂ ਦੀ ਹਰ ਐਕਟੀਵਿਟੀ ਪਤਾ ਲਗਾਉਣੀ ਹੁਣ ਦਿੱਲੀ ਤੋਂ ਹਾਈਟੈਕ CCTV ਕੈਮਰੇ ਵੀ ਮੰਗਾਏ ਗਏ ਨੇ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 12 ਕੇ ਅੰਤਾ ਕੋਟਾ ਦੇ ਦੁਸ਼ਹਿਰਾ ਮੈਦਾਨ ਤੇ ਕਰੌਲੀ ਦੇ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਔਰਤਾਂ ਤੇ ਅਤਿਆਚਾਰ ਤੇ ਕਾਂਗਰਸ ਪਾਰਟੀਆਂ ਦੇ ਬਿਆਨਾਂ ਦਾ ਆਧਾਰ ਬਣਾਉਂਦੇ ਹੋਏ ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਪਹਿਲ ਆ ਮਹਿਲਾ ਸਸ਼ਕਤੀਕਰਨ, ਔਰ ਦੂਜੇ ਪਾਸੇ ਕਾਂਗਰਸ ਔਰਤਾਂ ਦਾ ਅਪਮਾਨ ਅਤਿਆਚਾਰ ਕਰਦੀ ਹੈ। ਇੱਥੋਂ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਰਾਜਸਥਾਨ ਦੀਆਂ ਔਰਤਾਂ ਦੇ ਨਾਲ ਜਿਹੜੇ ਰੇਪ ਦੇ ਮਸਲੇ ਨੇ ਝੂਠੇ ਆਰੋਪ ਲਗਾਉਂਦੇ ਨੇ। ਇਹ ਤਾਂ ਗੰਭੀਰ ਮਸਲਾ, ਉਹਨਾਂ ਮਾਵਾਂ ਭੈਣਾਂ ਦੇ ਸੰਸਕਾਰ ਤੇ ਕਲੰਕ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਰਾਜਸਥਾਨ ਸਰਕਾਰ ਨੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੇ ਕਰੀਬੀ ਮੰਤਰੀ ਕਹਿੰਦੇ ਨੇ ਕਿ ਰਾਜਸਥਾਨ ਬੰਦਿਆਂ ਦਾ ਪ੍ਰਦੇਸ਼ ਹੈ, ਇਸ ਲਈ ਉਹ ਤਾਂ ਅਜਿਹੇ ਪ੍ਰਮਾਣ ਪੱਤਰ ਦੇ ਰਹੇ ਨੇ ਜਿਵੇਂ ਧੀਆਂ ਭੈਣਾਂ 'ਤੇ ਅਤਿਆਚਾਰ ਕਰਨਾ ਜਾਂ ਅਤਿਆਚਾਰੀਆਂ ਦਾ ਅਧਿਕਾਰ ਹੈ। ਉਹਨਾਂ ਇਹ ਵੀ ਕਿਹਾ ਕਿ ਗਲੋਚ ਜੀ ਤੁਹਾਡੇ ਦਰਬਾਰੀ ਲੋਕ ਕੀ ਬੋਲ ਰਹੇ ਨੇ, ਤੁਹਾਡੀ ਕੀ ਮਜਬੂਰੀ ਆ ਕਿ ਰਾਜਸਥਾਨ ਦੇ ਮਰਦ ਸਿਰਫ ਰਹਿੰਦੇ ਨੇ ਤੇ ਜਾਂ ਫਿਰ ਇੱਥੇ ਧੀਆਂ ਭੈਣਾਂ ਵੀ ਰਹਿੰਦੀਆਂ ਨੇ। ਮੋਦੀ ਨੇ ਵੀ ਕਿਹਾ ਕਾਂਗਰਸ ਨੇ ਚੰਬਲ ਰਿਵਰ ਫਰੰਟ ਦੇ ਘੁਟਾਲੇ ਵਿੱਚ ਵੱਡੇ ਘੁਟਾਲੇ ਕੀਤੇ, ਲੋਕਾਂ 'ਤੇ ਦਬਾਅ ਬਣਾ ਕੇ ਕਾਂਗਰਸ ਨੇ ਜਿਸ ਕੈਂਟੀਨ ਜਬਰਨ ਖੋਲ੍ਹਣ ਦੀ ਕੋਸ਼ਿਸ਼ ਕੀਤੀ ਆ, ਉੱਥੇ ਇੱਕ ਗਰੀਬ ਮਜ਼ਦੂਰ ਤੇ ਇੱਕ ਇੰਜੀਨੀਅਰ ਦਾ ਵੀ ਜ਼ਿੰਦਗੀ ਖੋਹ ਲਈ ਆ। ਗਲੋਚ ਸਰਕਾਰ 25 ਨਵੰਬਰ ਨੂੰ ਵੋਟਿੰਗ ਵਾਲੇ ਦਿਨ ਇੱਕ ਘੰਟਾ ਖੁਲਵਾਉਣ ਦਾ ਵੀ ਦਬਾਅ ਪਾ ਰਹੀ ਹੈ। ਰਾਜਸਥਾਨ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਸਾਰੇ ਹਾਦਸਿਆਂ ਦੀ ਜਾਂਚ ਕਰਵਾਏਗੀ। ਉਹਨਾਂ ਕਿਹਾ ਕਿ ਰਾਜਸਥਾਨ ਵਿੱਚ ਦੰਗੇ ਇਸ ਲਈ ਨਹੀਂ ਰੁਕਦੇ ਕਿਉਂਕਿ ਦੰਗਿਆਂ ਦੇ ਦੋਸ਼ੀ ਮੁੱਖ ਮੰਤਰੀ ਦੇ ਘਰ ਆ ਕੇ ਦਾਵਤ ਕਰਦੇ ਨੇ, ਇਹ ਅਪਰਾਧੀਆਂ ਨੂੰ ਦਾਵਤ ਦਿੰਦੇ ਨੇ ਤੇ ਕਾਂਗਰਸ ਫਿਰ ਤੁਹਾਡੀ ਰੱਖਿਆ ਕਿਵੇਂ ਕਰ ਸਕਦੀ ਹੈ। ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਇਸ ਮੰਤਰੀ ਦੀ ਇੱਕ ਹੋਰ ਹਰਕਤ ਕੱਲ੍ਹ ਤੋਂ ਪੂਰੇ ਰਾਜਸਥਾਨ ਦਾ ਪੂਰਾ ਦੇਸ਼ ਦੇਖ ਰਿਹਾ। ਕੱਲ੍ਹ ਇੱਕ ਮਾਤਾ ਤੇ ਇੱਕ ਭੈਣ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਸ ਦੀ ਵੋਟ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ। ਮੈਂ ਉਸ ਮਾਂ ਨੂੰ, ਉਸ ਭੈਣ ਨੂੰ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਿਰਫ ਪੈਸੇ ਹੀ ਵਾਪਸ ਨਹੀਂ ਕੀਤੇ ਬਲਕਿ ਕਾਂਗਰਸ ਦੇ ਇਸ ਦਾਗੀ ਮੰਤਰੀ ਤੇ ਉਸ ਦੀ ਟੋਲੀ ਨੂੰ ਵੀ ਕਰਾਰਾ ਜਵਾਬ ਦਿੱਤਾ। ਇਸ ਤਰ੍ਹਾਂ ਦੀ ਹਰਕਤਾਂ ਰਾਜਸਥਾਨਾਂ ਦੀਆਂ ਭੈਣਾਂ ਧੀਆਂ ਦੀ ਇੱਕ ਵੱਡਾ ਅਪਮਾਨ ਹੈ। 25 ਨਵੰਬਰ ਨੂੰ ਜਦੋਂ ਵੋਟ ਦੇਣ ਜਾਓਗੇ ਤਾਂ ਯਾਦ ਰੱਖਣਾ ਕਿ ਤੁਹਾਡਾ ਵੋਟ ਅਜਿਹੇ ਔਰਤਾਂ ਵਿਰੋਧੀ ਮੰਤਰੀਆਂ ਨੂੰ ਹਰਾਉਣ ਲਈ ਕੰਮ ਆਏਗਾ। ਸੁਪਰੀਮ ਕੋਰਟ ਨੇ ਅੱਜ ਦਿੱਲੀ ਪ੍ਰਦੂਸ਼ਣ ਮਾਮਲੇ ਦੇ ਵਿੱਚ ਸੁਣਵਾਈ ਕੀਤੀ। ਸੁਪਰੀਮ ਕੋਰਟ ਨੇ ਦਿੱਲੀ ਅਤੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਪ੍ਰਦੂਸ਼ਣ ਦੀ ਸਮੱਸਿਆ ਰੋਕਣ ਲਈ ਕੀ ਕਦਮ ਚੁੱਕੇ ਨੇ। ਇਹਦੇ ਨਾਲ ਹੀ ਸੁਪਰੀਮ ਕੋਰਟ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਹਮਦਰਦੀ ਵੀ ਦਿਖਾਈ। ਕੋਰਟ ਨੇ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਵਿਲਨ ਬਣਾ ਦਿੱਤਾ ਜਾਂਦਾ, ਕੋਈ ਉਹਨਾਂ ਦਾ ਪੱਖ ਕਿਉਂ ਨਹੀਂ ਸੁਣਦਾ। ਕਿਸਾਨਾਂ ਦੇ ਕੋਲ ਪਰਾਲੀ ਸਾੜਨ ਲਈ ਜਿਹੜੇ ਕਾਰਨ ਨੇ ਉਹ ਜ਼ਰੂਰ ਹੋਣਗੇ। ਪੰਜਾਬ ਸਰਕਾਰ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਸਹਾਇਤਾ ਰਾਸ਼ੀ ਦੇਣੀ ਚਾਹੀਦੀ ਹੈ। ਕੋਰਟ ਨੇ ਦਿੱਲੀ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿ ਬੀਤੇ 6 ਸਾਲ ਵਿੱਚ ਸਭ ਤੋਂ ਪ੍ਰਦੂਸ਼ਿਤ ਜਿਹੜਾ ਨਵੰਬਰ ਮਹੀਨਾ ਰਿਹਾ। ਅਸੀਂ ਸਮੱਸਿਆ ਦਾ ਸਾਨੂੰ ਪਤਾ, ਪਰ ਸਮੱਸਿਆ ਨੂੰ ਦੂਰ ਕਰਨ ਲਈ ਅਸੀਂ ਕੰਮ ਨਹੀਂ ਕਰ ਰਹੇ। ਜਸਟਿਸ S.K. ਕੌਲ ਅਤੇ ਜਸਟਿਸ S. ਧੂਲੀਆ ਦੇ ਬੈਂਚ ਨੇ ਪੰਜਾਬ ਅਤੇ ਦਿੱਲੀ ਸਰਕਾਰ ਨੂੰ ਕਿਹਾ ਕਿ ਪਰਾਲੀ ਸਾੜਨ ਦੇ ਖਿਲਾਫ ਸਖਤ ਐਕਸ਼ਨ ਲਏ, ਜਿਸ ਵਿੱਚ ਦਿੱਲੀ ਦੇ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ ਹੈ। ਪਹਿਲੀ ਵਾਰ ਨਹੀਂ ਹੈ ਕਿ ਜਦ ਸੁਪਰੀਮ ਕੋਰਟ ਨੇ ਇਸ ਗੱਲ ਦਾ ਉਠਾਇਆ ਕਿ ਪ੍ਰਦੂਸ਼ਣ ਫੈਲਾਉਣ ਦੇ ਮਾਮਲੇ ਜਿਹੜੇ ਨੇ ਉਹਦੇ ਸਾਰਿਆਂ ਦੇ ਵਿੱਚ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ, ਲੇਕਿਨ ਸੁਣਵਾਈ ਵਿੱਚ ਉਹਨਾਂ ਦਾ ਪੱਖ ਨਹੀਂ ਰੱਖਿਆ ਜਾਂਦਾ। ਕੋਰਟ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਪਰਾਲੀ ਰੋਕਣ ਲਈ ਸਹਾਇਤਾ ਰਾਸ਼ੀ ਦੇਣੀ ਚਾਹੀਦੀ ਆ। ਪੰਜਾਬ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਹਰਿਆਣਾ ਸਰਕਾਰ ਤੋਂ ਸਿੱਖਣਾ ਚਾਹੀਦਾ। ਸੁਣਵਾਈ ਦੇ ਦੌਰਾਨ ਪੰਜਾਬ ਦੇ ਅਟਾਰਨੀ ਜਨਰਲ ਨੇ ਕਿਹਾ ਕਿ ਪਰਾਲੀ ਸਾੜਨ ਦੇ ਮਸਲੇ 'ਚ ਅਸੀਂ 1000 ਮੁਕੱਦਮਾ ਦਰਜ ਕੀਤਾ, 2 ਕਰੋੜ ਰੁਪਏ ਜੁਰਮਾਨੇ ਲਗਾਏ ਨੇ। ਅਸੀਂ ਪਰਾਲੀ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਲੋਕ ਇਸ ਦੇ ਵਿਰੋਧ ਵਿੱਚ ਸੜਕਾਂ 'ਤੇ ਉਤਰ ਰਹੇ ਨੇ। ਤੇ ਅਟਾਰਨੀ ਜਨਰਲ ਨੇ ਕਿਹਾ ਕਿ ਲੋਕਾਂ ਦਾ ਸੜਕ 'ਤੇ ਉਤਰਨਾ ਇੱਕ ਸਮੱਸਿਆ, ਇਹ ਕਾਨੂੰਨ ਵਿਵਸਥਾ ਦੀ ਸਥਿਤੀ ਹੈ। ਅਸੀਂ ਅੱਧੀ ਰਾਤ ਨੂੰ ਅੱਗ ਬੁਝਾ ਰਹੇ ਨੇ। ਅਗਲੇ ਸੀਜ਼ਨ ਦੀ ਸ਼ੁਰੂਆਤ ਵਿੱਚ ਸਖਤ ਕਦਮ ਉਠਾਏ ਜਾਣਗੇ। ਸੁਪਰੀਮ ਕੋਰਟ ਨੇ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਹੁਣ ਮਾਮਲੇ ਦੀ ਜਿਹੜੀ ਸੁਣਵਾਈ ਆ ਉਹ 7 ਦਸੰਬਰ ਨੂੰ ਨਿਰਧਾਰਿਤ ਕਰ ਦਿੱਤੀ ਹੈ। ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ICMR ਨੇ ਇੱਕ ਸਟੱਡੀ ਵਿੱਚ ਦਾਅਵਾ ਕੀਤਾ ਕਿ COVID-19 ਵੈਕਸੀਨ ਲੈਣ 'ਚ ਦੇਸ਼ ਦੇ ਨੌਜਵਾਨਾਂ ਦੀ ਅਚਾਨਕ ਮੌਤਾਂ ਦਾ ਰਿਸਕ ਨਹੀਂ ਵਧਿਆ। ਸਟੱਡੀ ਦੇ ਮੁਤਾਬਕ ਕਰੋਨਾ ਦੇ ਦੌਰਾਨ ਹਸਪਤਾਲ ਵਿੱਚ ਭਰਤੀ ਹੋਣੇ, ਅਚਾਨਕ ਮੌਤਾਂ ਦੀ ਫੈਮਿਲੀ ਹਿਸਟਰੀ ਅਤੇ ਕੁਝ ਲਾਈਫਸਟਾਈਲ ਆਦਤਾਂ ਦੇ ਚੱਲਦੇ ਅਚਾਨਕ ਹੋਣ ਵਾਲੀਆਂ ਮੌਤਾਂ ਵਿੱਚ ਵਾਧਾ ਆਇਆ। ਇਹਨਾਂ ਲਾਈਫਸਟਾਈਲ ਆਦਤਾਂ ਦੇ ਨਾਲ ਮੌਤ ਤੋਂ ਪਹਿਲਾਂ 48 ਘੰਟੇ ਪਹਿਲਾਂ ਸ਼ਰਾਬ ਪੀਣਾ, ਡਰੱਗ ਜਾਂ ਕਿਸੇ ਹੋਰ ਨਸ਼ੀਲੇ ਪਦਾਰਥ ਦਾ ਸੇਵਨ ਕਰਨਾ, ਮੌਤ ਦੇ 48 ਘੰਟੇ ਪਹਿਲਾਂ ਅਲੱਗ-ਅਲੱਗ ਤਰੀਕਿਆਂ ਦੀ ਇੰਟੈਂਸ ਫਿਜ਼ੀਕਲ ਐਕਟੀਵਿਟੀ ਕਰਨਾ ਸ਼ਾਮਲ ਸੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਵੈਕਸੀਨ ਦੀ ਘੱਟ ਤੋਂ ਘੱਟ 1 ਡੋਜ਼ ਲੈਣ 'ਤੇ ਲੋਕਾਂ ਦੀ
ਅਚਾਨਕ ਮੌਤਾਂ ਦਾ ਰਿਸਕ ਘੱਟ ਹੋ ਸਕਿਆ ਸੀ। ਇਹ ਰਿਸਰਚ 1 ਅਕਤੂਬਰ 2021 ਤੋਂ ਲੈ ਕੇ 31 ਮਾਰਚ 2023 ਦੇ ਵਿਚਕਾਰ ਦੇਸ਼ ਭਰ ਦੇ 47 ਵੱਡੇ ਹਸਪਤਾਲਾਂ ਵਿੱਚ ਕੀਤੀ ਗਈ। ਸਟੱਡੀ ਵਿੱਚ 729 ਕੇਸ ਅਤੇ 2916 ਕੰਟਰੋਲਰਸ ਨੂੰ ਸ਼ਾਮਲ ਕੀਤਾ ਗਿਆ। ਇਸ ਸਟੱਡੀ ਵਿੱਚ 18 ਤੋਂ 45 ਸਾਲ ਦੇ ਉਹਨਾਂ ਲੋਕਾਂ 'ਤੇ ਫੋਕਸ ਕੀਤਾ ਗਿਆ ਜੋ ਸਿਹਤ ਪੱਖੋਂ ਠੀਕ ਸਨ, ਜਿਨ੍ਹਾਂ 'ਤੇ ਕੋਈ ਵੱਡੀ ਬਿਮਾਰੀ ਨਹੀਂ ਸੀ। ਇਸ ਦੇ ਬਾਵਜੂਦ ਅਸਪਸ਼ਟ ਕਾਰਨਾਂ 'ਚ ਉਹਨਾਂ ਦੀ ਅਚਾਨਕ ਮੌਤ ਹੋ ਗਈ। ਸਟੱਡੀ ਵਿੱਚ ਸਾਹਮਣੇ ਆਇਆ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਦੀ 2 ਡੋਜ਼ ਲਈ ਸੀ ਉਹਨਾਂ ਦੀ ਅਚਾਨਕ ਮੌਤ ਦੀ ਸੰਭਾਵਨਾ ਘੱਟ ਸੀ, ਜਦਕਿ 1 ਡੋਜ਼ ਲੈਣ ਵਾਲੇ 'ਚ ਅਚਾਨਕ ਮੌਤ ਦੀ ਸੰਭਾਵਨਾ ਥੋੜ੍ਹੀ ਜ਼ਿਆਦਾ ਸੀ। ਫਰਵਰੀ ਵਿੱਚ ਸਟੈਫਨ ਯੂਨੀਵਰਸਿਟੀ ਇੱਕ ਰਿਪੋਰਟ ਜਾਰੀ ਕੀਤੀ ਗਈ ਜਿਸ ਵਿੱਚ ਦੱਸਿਆ ਕਿ ਭਾਰਤ ਕੋਰੋਨਾ ਕਾਲ ਵੱਡੇ ਪੱਧਰ ਤੇ ਨੈਸ਼ਨਲ ਵੈਕਸੀਨ ਕੈਂਪੇਨ ਚਲਾ ਕੇ 34 ਲੱਖ ਤੋਂ ਜ਼ਿਆਦਾ ਜਾਨ ਬਚਾਉਣ ਵਿੱਚ ਕਾਮਯਾਬ ਰਿਹਾ। ਵੈਕਸੀਨ ਕੈਂਪੇਨ ਚੱਲਦੇ ਅਰਥ ਵਿਵਸਥਾ ਸੰਭਲ ਪਾਈ ਅਤੇ ਬੁਰਾ ਪ੍ਰਭਾਵ ਘੱਟ ਹੋਇਆ, ਜਿਸ ਦੇ ਚੱਲਦੇ 18.3 ਅਰਬ ਡਾਲਰ ਮਤਲਬ 15.17 ਲੱਖ ਕਰੋੜ ਦਾ ਨੁਕਸਾਨ ਹੋਣ ਤੋਂ ਬਚਿਆ। ਵਨ ਨੇਸ਼ਨ ਵਨ ਇਲੈਕਸ਼ਨ ਕਮੇਟੀ ਦੇ ਚੇਅਰਮੈਨ ਅਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਇਸ ਯੋਜਨਾ ਦਾ ਫਾਇਦਾ ਕੇਂਦਰ ਸਰਕਾਰ ਦੀ ਸੱਤਾਧਾਰੀ ਪਾਰਟੀ ਨੂੰ ਮਿਲੇਗਾ, ਉਹ ਚਾਹੇ ਭਾਜਪਾ ਹੋ, ਚਾਹੇ ਕਾਂਗਰਸ ਜਾਂ ਦੂਸਰੇ ਰਾਜਨੀਤਿਕ ਦਲ। ਯੋਜਨਾ ਦੇਸ਼ ਦੇ ਹਿੱਤ ਵਿੱਚ, ਇਸ ਵਿੱਚ ਕੋਈ ਭੇਦਭਾਵ ਨਹੀਂ। ਇਸ ਵਿੱਚ ਸਭ ਤੋਂ ਜ਼ਿਆਦਾ ਫਾਇਦਾ ਆਮ ਜਨਤਾ ਨੂੰ ਹੋਵੇਗਾ ਕਿਉਂਕਿ ਜਿੰਨਾ ਮਾਲੀਆ ਬਚੇਗਾ ਉਹ ਵਿਕਾਸ ਕਾਰਜਾਂ ਦੇ ਵਿੱਚ ਕੰਮ ਆਏਗਾ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿੱਚ ਇੱਕ ਨਿੱਜੀ ਪ੍ਰੋਗਰਾਮ ਵਿੱਚ ਸ਼ਾਮਲ ਹੋਣੇ ਪਹੁੰਚੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਸਾਰੇ ਰਜਿਸਟਰ ਪਾਰਟੀਆਂ ਦੇ ਸੁਝਾਅ ਮੰਗੇ ਨੇ ਅਤੇ ਕਿਤੇ ਨਾ ਕਿਤੇ ਹਰ ਰਾਸ਼ਟਰੀ ਪਾਰਟੀ ਨੂੰ ਇਸ ਦਾ ਸਮਰਥਨ ਮਿਲੇਗਾ। ਕੁਝ ਪਾਰਟੀਆਂ ਅਸਹਿਮਤ ਵੀ ਹੋ ਸਕਦੀਆਂ, ਮਗਰ ਅਸੀਂ ਸਾਰਿਆਂ ਨੂੰ ਅਨੁਰੋਧ ਕੀਤਾ ਕਿ ਸਾਡਾ ਸਹਿਯੋਗ ਦੇ, ਇਹ ਦੇਸ਼ ਹਿੱਤ ਫੈਸਲਾ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਵਨ ਨੇਸ਼ਨ ਵਨ ਇਲੈਕਸ਼ਨ 'ਤੇ ਬਹੁਤ ਸਾਰੀਆਂ ਕਮੇਟੀਆਂ ਦੀ ਰਿਪੋਰਟ ਆਈ ਹੈ। ਇਸ ਵਿੱਚ ਸੰਸਦੀ ਕਮੇਟੀ, ਨੀਤੀ ਆਯੋਗ ਤੇ ਇਲੈਕਸ਼ਨ ਕਮਿਸ਼ਨ ਦੀ ਰਿਪੋਰਟ ਸ਼ਾਮਲ ਹੈ। ਇਸ ਵਿੱਚ ਕਿਹਾ ਗਿਆ ਦੇਸ਼ ਵਿੱਚ ਇਹ ਵਿਵਸਥਾ ਲਾਗੂ ਹੋਣੀ ਚਾਹੀਦੀ ਹੈ। 27 ਸਤੰਬਰ ਨੂੰ 22ਵੇਂ ਲਾਅ ਕਮਿਸ਼ਨ ਦੀ ਬੈਠਕ ਹੋਈ। ਇਸ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ 'ਤੇ ਚਰਚਾ ਹੋਈ। ਕਾਨੂੰਨ ਆਯੋਗ ਦਾ ਕਹਿਣਾ ਕਿ ਰਾਜ ਵਿਧਾਨ ਸਭਾ ਦਾ ਕਾਰਜਕਾਲ ਵਧਾ ਕੇ ਜਾਂ ਘਟਾ ਕੇ ਸਾਰੀਆਂ ਵਿਧਾਨ ਸਭਾ ਚੋਣਾਂ ਇੱਕ ਸਾਥ ਕਰਾਉਣ ਦਾ ਜਿਹੜਾ ਫਾਰਮੂਲਾ ਉਹ ਕੰਮ ਕਰੇ। ਅਗਰ ਸਭ ਠੀਕ ਰਿਹਾ ਤਾਂ ਸਾਰੇ ਸੂਬਿਆਂ ਦੀਆਂ ਜਿਹੜੀਆਂ ਚੋਣਾਂ ਨੇ 2029 ਦੇ ਲੋਕ ਸਭਾ ਚੋਣਾਂ ਦੇ ਨਾਲ ਕਰਾਈਆਂ ਜਾ ਸਕਦੀਆਂ ਨੇ। ਕਮਿਸ਼ਨ ਨੇ ਮੰਨਿਆ ਕਿ ਵਨ ਨੇਸ਼ਨ ਵਨ ਇਲੈਕਸ਼ਨ ਦੇ ਪ੍ਰਭਾਵ ਲਾਗੂ ਹੋਣ ਕਾਰਨ ਬਹੁਤ ਸਾਰਾ ਧਨ ਵੀ ਬਚੇਗਾ। ਇਸ ਸਾਲ ਕੇਂਦਰ ਸਰਕਾਰ ਨੇ ਵਨ ਨੇਸ਼ਨ ਵਨ ਇਲੈਕਸ਼ਨ ਦੀ 8 ਮੈਂਬਰੀ ਕਮੇਟੀ ਬਣਾਈ, ਜਿਸ ਦੀ ਪ੍ਰਧਾਨਗੀ ਦੇਸ਼ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਕਰ ਰਹੇ ਨੇ। ਇਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਲੋਕ ਸਭਾ ਦੇ ਕਾਂਗਰਸ ਤੋਂ ਨੇਤਾ ਅਧੀਰ ਰੰਜਨ ਚੌਧਰੀ, ਰਾਜ ਸਭਾ ਦੇ ਸਾਬਕਾ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਵਿੱਤ ਕਮਿਸ਼ਨ ਦੇ ਸਾਬਕਾ ਚੇਅਰਮੈਨ NK ਸਿੰਘ ਵੀ ਸ਼ਾਮਲ ਨੇ। ਦਿੱਲੀ ਮੇਰਠ ਰੀਜਨਲ ਰੈਪਿਡ ਟਰਾਂਸਪੋਰਟ ਸਿਸਟਮ RRTS ਪ੍ਰੋਜੈਕਟ ਨੂੰ ਫੰਡ ਨਾ ਦੇ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੇ ਨਾਰਾਜ਼ਗੀ ਜਤਾਈ ਹੈ। ਕੋਰਟ ਨੇ 21 ਨਵੰਬਰ ਨੂੰ ਕਿਹਾ ਕਿ ਸਰਕਾਰ ਇੱਕ ਹਫ਼ਤੇ ਦੇ ਅੰਦਰ 415 ਕਰੋੜ ਰੁਪਏ ਦੇ, ਅਗਰ ਨਹੀਂ ਦਿੱਤਾ ਤਾਂ ਆਮ ਆਦਮੀ ਪਾਰਟੀ ਸਰਕਾਰ ਦੇ ਮਸ਼ਹੂਰੀਆਂ ਵਾਲੇ ਬਜਟ 'ਤੇ ਰੋਕ ਲਗਾ ਕੇ ਫੰਡਿੰਗ ਕਰੇ। ਜਸਟਿਸ ਸੰਜੇ ਕਿਸ਼ਨ ਕੌਲ, ਜਸਟਿਸ ਸੁਧਾਂਸ਼ੂ ਧੂਲੀਆ ਦੇ ਇੱਕ ਬੈਂਚ ਨੇ ਇਹ ਸੁਣਵਾਈ ਕੀਤੀ ਤੇ ਹੁਣ ਇਸ ਮਸਲੇ ਦੇ ਉੱਤੇ ਸੁਣਵਾਈ 28 ਨਵੰਬਰ ਨੂੰ ਹੋਵੇਗੀ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਇਸ਼ਤਿਹਾਰਾਂ 'ਤੇ ਤੁਹਾਡਾ 3 ਸਾਲ ਦਾ ਬਜਟ 1100 ਕਰੋੜ ਰੁਪਏ ਆ ਤੇ ਇਸ ਸਾਲ ਦਾ ਬਜਟ 550 ਕਰੋੜ ਰੁਪਏ ਆ। ਤੁਹਾਡੇ ਕੋਲ ਮਸ਼ਹੂਰੀਆਂ ਲਈ ਪੈਸਾ, ਲੇਕਿਨ ਤੁਹਾਡੇ ਕੋਲ ਪ੍ਰਯੋਜਨਾ ਦੇ ਲਈ ਪੈਸਾ ਕਿਉਂ ਨਹੀਂ ਹੈ? ਜੋ ਲੋਕਾਂ ਨੂੰ ਬਿਹਤਰ ਸੁਵਿਧਾ ਦੇਣੀ ਚਾਹੁੰਦੇ ਨੇ ਤੇ ਫਿਰ ਉੱਥੇ ਕਿਉਂ ਨਹੀਂ ਦਿੱਤੀ ਜਾ ਰਹੀ? ਅਗਰ ਮਸ਼ਹੂਰੀਆਂ 'ਤੇ ਪੈਸਾ ਖਰਚ ਕੀਤਾ ਹੈ ਤਾਂ ਫਿਰ ਵਿਕਾਸ ਕਾਰਜਾਂ 'ਤੇ ਵੀ ਕਰੋ। ਨਾਲ ਹੀ ਕੋਰਟ ਨੇ ਦਿੱਲੀ ਸਰਕਾਰ ਨੂੰ 2 ਹਫ਼ਤਿਆਂ ਵਿੱਚ ਇੱਕ ਐਫੀਡੇਵਿਟ ਫਾਈਲ ਕਰਨ ਵਾਸਤੇ ਕਿਹਾ। ਨਾਲ ਹੀ ਇਸ ਵਿੱਚ ਪਿਛਲੇ 3 ਫਾਈਨੈਂਸ਼ੀਅਲ ਈਅਰ ਦੇ ਦੌਰਾਨ ਇਸ਼ਤਿਹਾਰਾਂ 'ਤੇ ਕੀਤੇ ਗਏ ਜਿਹੜੇ ਖਰਚੇ ਨੇ ਉਹਦੀ ਡਿਟੇਲ ਵੀ ਸੌਂਪਣ ਵਾਸਤੇ ਨਿਰਦੇਸ਼ ਦਿੱਤੇ ਨੇ। RRTS ਪ੍ਰੋਜੈਕਟ ਹੈ ਕਿ ਇਹਦੇ 'ਚ ਦੱਸਿਆ ਜਾ ਕਿ RTTS ਪ੍ਰੋਜੈਕਟ ਦੇ ਜ਼ਰੀਏ ਦਿੱਲੀ ਤੋਂ ਰਾਜਸਥਾਨ ਅਤੇ ਹਰਿਆਣਾ ਦੇ ਨਾਲ ਜੋੜਿਆ ਜਾਊਗਾ। ਇਸ ਦੇ ਤਹਿਤ ਹਾਈ ਸਪੀਡ ਕੰਪਿਊਟਰ ਬੇਸਡ ਰੇਲਵੇ ਸਰਵਿੰਗ ਦੀ ਜਾਏਗੀ। ਰੈਪਿਡ ਇੰਜਨ ਟ੍ਰਾਂਸਜਿਟ ਸਿਸਟਮ ਦੇ ਜ਼ਰੀਏ ਨੌਨ ਪੀਕ ਆਵਰ ਦੇ ਵਿੱਚ ਇਹ ਮਾਲ ਢੁਲਾਈ ਦੀ ਵੀ ਪਲੈਨਿੰਗ ਹੈ। ਰੈਪਿਡ ਰੇਲ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੇਗੀ, ਜਦਕਿ ਰੈਪਿਡ ਐਕਸ ਵਿੱਚ ਭੀੜ ਘੱਟ ਰਹੇਗੀ ਤੇ ਉਦੋਂ ਉਹਨੂੰ ਕਾਰਗੋ ਵਿੱਚ ਪਹੁੰਚਾਉਣ ਵਿੱਚ ਵੀ ਉਹਦਾ ਇਸਤੇਮਾਲ ਕੀਤਾ ਜਾਵੇਗਾ। ਸ਼ਰਾਬ ਘੁਟਾਲੇ ਵਿੱਚ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਨਿਆਇਕ ਹਿਰਾਸਤ 11 ਦਸੰਬਰ ਤੱਕ ਵਧਾ ਦਿੱਤੀ ਗਈ ਹੈ। ਦਿੱਲੀ ਦੀ ਰਾਉਜ਼ ਐਵੀਨਿਊ ਕੋਰਟ ਨੇ ਅੱਜ ਕਾਰਵਾਈ ਕਰਦੇ ਹੋਏ ED ਦੇ ਦੁਆਰਾ
ਦਰਜ ਮਨੀ ਲਾਂਡਰਿੰਗ ਮਾਮਲੇ ਦੀ ਸੁਣਵਾਈ ਕੀਤੀ ਹੈ। ਕੋਰਟ ਨੇ ਜਾਂਚ ਏਜੰਸੀ ਨੂੰ ਸਾਰੇ ਡਾਕੂਮੈਂਟ ਜਮ੍ਹਾਂ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਨੇ। ਕੋਰਟ ਨੇ ਕਿਹਾ ਕਿ ਈਡੀ ਵੱਲੋਂ ਜਿਹੜੇ ਆਰੋਪੀਆਂ ਦੇ ਕੁਝ ਦਸਤਾਵੇਜ਼ ਪੇਸ਼ ਕਰਨੇ ਬਾਕੀ ਹੈ, ਇਸ ਲਈ ਕੋਰਟ ਨੇ ਈਡੀ ਨੂੰ 24 ਨਵੰਬਰ ਤੱਕ ਸਮਾਂ ਦਿੱਤਾ। ਇਸੇ ਦਿਨ ਹੀ ਅਗਲੀ ਸੁਣਵਾਈ ਹੋਏਗੀ। ਕੋਰਟ ਨੇ ਵਕੀਲਾਂ ਤੋਂ ਵੀ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ CRPC ਦੀ ਧਾਰਾ 207 ਦਾ ਪਾਲਣ ਕੀਤਾ ਜਾਣਾ ਚਾਹੀਦਾ, ਜਿਸ ਨਾਲ ਜਲਦ ਤੋਂ ਜਲਦ ਟਰਾਇਲ ਸ਼ੁਰੂ ਕੀਤੇ ਜਾ ਸਕਣ। ਆਮ ਨੇਤਾ ਮਨੀਸ਼ ਸਿਸੋਦੀਆ ਤੇ ਦਿੱਲੀ ਸ਼ਰਾਬ ਪਾਲਿਸੀ ਦੇ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ। ਸਿਸੋਦੀਆ ਨੂੰ ਇਸੇ ਸਾਲ 26 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 269 ਦਿਨ ਵਿੱਚ ਜੇਲ੍ਹ ਵਿੱਚ ਬੰਦ ਨੇ ਮਨੀਸ਼ ਸਿਸੋਦੀਆ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜ਼ਮਾਨਤ ਪਟੀਸ਼ਨ ਦਾਇਰ ਕਰ ਚੁੱਕੇ, ਲੇਕਿਨ ਅਦਾਲਤਾਂ ਨੇ ਉਹਨਾਂ ਦੀਆਂ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ। ਕੋਰਟ ਨੇ ਇਸ ਤੋਂ ਇਲਾਵਾ ਇੱਕ ਹੋਰ ਦੋਸ਼ੀ ਬਨਾਏ ਬਾਬੂ ਦੀ ਅੰਤਰਮ ਜ਼ਮਾਨਤ ਪਟੀਸ਼ਨ ਤੇ ਵੀ 24 ਨਵੰਬਰ ਨੂੰ ਸੁਣਵਾਈ ਕਰਨ ਦਾ ਫੈਸਲਾ ਕੀਤਾ। ਬਨਾਏ ਇੱਕ ਸ਼ਰਾਬ ਕੰਪਨੀ ਵਿੱਚ ਜਨਰਲ ਮੈਨੇਜਰ ਦੇ ਤੌਰ ਤੇ ਕੰਮ ਕਰਦੇ ਰਹੇ ਨੇ। ਈਡੀ ਨੇ ਉਹਨਾਂ ਨੂੰ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਗ੍ਰਿਫਤਾਰ ਕੀਤਾ ਸੀ। ਆਪਣੀਆਂ ਸਾਧਵੀਆਂ ਤੇ ਯੌਨ ਸ਼ੋਸ਼ਣ ਦੇ ਕਤਲ ਦੇ ਕੇਸਾਂ 'ਚ 2 ਕੇਸਾਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰੀਮਨ ਰੋਹਤਕ ਦੀ ਸਨਾਰੀਆ ਜੇਲ੍ਹ ਤੋਂ ਬਾਹਰ ਆ ਗਏ ਨੇ। ਉਹਨਾਂ ਨੂੰ 21 ਦਿਨ ਦੀ ਫਰਲੋ ਮਿਲੀ ਹੈ। ਜੇਲ੍ਹ ਤੋਂ ਬਾਹਰ ਆਉਂਦੇ ਹਨੀਪ੍ਰੀਤ ਉਹਨੂੰ ਰਿਸੀਵ ਕਰ ਪਹੁੰਚੀ, ਜਿਸ ਤੋਂ ਬਾਅਦ ਉਹ 6 ਗੱਡੀਆਂ ਵਿੱਚ ਕਾਬਲੇ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਨਵਾਵਾ ਡੇਰੇ ਲਈ ਰਵਾਨਾ ਹੋ ਗਏ। ਰਾਮ ਰਹੀਮ ਦੇ ਫਰਲੋ ਨੂੰ ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਜੋੜ ਕੇ ਦੇਖਿਆ ਜਾ ਰਿਹਾ। ਐਸਾ ਇਸ ਲਈ ਦੱਸਿਆ ਜਾ ਰਿਹਾ ਕਿਉਂਕਿ ਪਹਿਲਾਂ ਵੀ ਪੰਜਾਬ ਵਿੱਚ ਵਿਧਾਨ ਸਭਾ, ਹਰਿਆਣਾ ਵਿੱਚ ਪੰਚਾਇਤ ਅਤੇ ਹਿਮਾਚਲ 'ਚ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲੇ ਹੀ ਰਾਮ ਰਹੀਮ ਨੂੰ ਫਰਲੋ ਜਾਂ ਪਰੋਲ ਮਿਲਦੀ ਰਹੀ ਹੈ, ਜਿਸ ਤੋਂ ਬਾਅਦ ਉਹਨਾਂ ਨੇ ਆਨਲਾਈਨ ਸਤਸੰਗ ਵਿੱਚ ਖਾਸ ਤੌਰ ਤੇ BJP ਦੇ ਨੇਤਾ ਸ਼ਾਮਲ ਹੁੰਦੇ ਰਹੇ ਨੇ। ਰਾਮ ਰਹੀਮ ਨੂੰ 7 ਫਰਵਰੀ 2022 ਤੋਂ ਲੈ ਕੇ 21 ਦਿਨ ਦੀ ਫਰਲੋ ਮਿਲੀ ਹੈ। ਤਾਂ ਉਦੋਂ 20 ਫਰਵਰੀ 2022 ਨੂੰ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਆਈ ਸੀ। ਰਾਮ ਰਹੀਮ ਦਾ ਪੰਜਾਬ ਦੀ ਮਾਲਵਾ ਬੈਲਟ, ਖਾਸ ਕਰਕੇ ਬਠਿੰਡਾ, ਮਾਨਸਾ ਜ਼ਿਲ੍ਹਿਆਂ ਵਿੱਚ ਉਹਨਾਂ ਦੇ ਪ੍ਰੇਮੀਆਂ ਦੀ ਗਿਣਤੀ ਕਾਫੀ ਵੱਡੀ ਆ। ਬਠਿੰਡਾ ਦੇ ਸਲਾਬਤ ਵਿੱਚ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਪੰਜਾਬ ਦਾ ਹੈੱਡਕੁਆਟਰ ਦੱਸਿਆ। ਇਸ ਤੋਂ ਬਾਅਦ 17 ਜੂਨ 2022 ਨੂੰ ਰਾਮ ਰਹੀਮ ਨੂੰ 30 ਦਿਨ ਦੀ ਪਰੋਲ ਮਿਲੀ। ਇਸ ਤੋਂ ਬਾਅਦ 2 ਦਿਨ ਬਾਅਦ ਯਾਨੀ 19 ਜੂਨ ਨੂੰ ਹਰਿਆਣਾ ਦੀਆਂ 18 ਨਗਰ ਪੰਚਾਇਤਾਂ ਤੇ 31 ਨਗਰ ਪਾਲਿਕਾਵਾਂ ਦਾ ਚੋਣਾਂ ਸੀ। ਫਿਰ 14 ਨਵੰਬਰ 2022 ਨੂੰ ਰਾਮ ਰਹੀਮ ਨੂੰ 40 ਦਿਨ ਦੀ ਪਰੋਲ ਮਿਲੀ। ਇਸੇ ਤਰ੍ਹਾਂ 30 ਅਕਤੂਬਰ ਨੂੰ ਹਰਿਆਣਾ ਵਿੱਚ 2 ਚਰਨਾਂ ਵਿੱਚ 6228 ਪੰਚਾਇਤਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸੀ। ਇਸ ਤੋਂ ਬਾਅਦ 3 ਨਵੰਬਰ ਨੂੰ ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ਤੇ ਜਿਮਨੀ ਚੋਣ ਸੀ। ਇਸ ਦੌਰਾਨ ਹਿਮਾਚਲ ਪ੍ਰਦੇਸ਼ 22 ਨਵੰਬਰ ਨੂੰ ਵੋਟਿੰਗ ਹੋਈ। ਉਦੋਂ ਰਾਮ ਰਹੀਮ ਵੀ ਜੇਲ੍ਹ ਤੋਂ ਬਾਹਰ ਸੀ। ਇਸੇ ਦੌਰਾਨ ਉਸ ਨੂੰ ਖੂਬ ਉਹਨਾਂ ਆਨਲਾਈਨ ਸਤਸੰਗ ਕੀਤੇ। ਇਸ ਤੋਂ ਹਰਿਆਣਾ ਅਤੇ ਹਿਮਾਚਲ ਵਿੱਚ BJP ਦੇ ਲੀਡਰਾਂ ਨੇ ਖੁੱਲ੍ਹ ਕੇ ਹਿੱਸਾ ਲਿਆ ਤੇ ਰਾਮ ਰਹੀਮ ਦੇ ਕੰਮਾਂ ਦੀ ਸਹਾਰਨਾ ਕੀਤੀ। ਤੇ ਹੁਣ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਲਈ 25 ਨਵੰਬਰ ਨੂੰ ਹੋਣ ਵਾਲੀ ਵੋਟਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਜੇਲ੍ਹ ਚੋਂ ਬਾਹਰ ਕੱਢਿਆ ਗਿਆ। ਰਾਮ ਰਹੀਮ ਮੂਲ ਰੂਪ ਵਿੱਚ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੇ ਪਿੰਡ ਗੁਰੂਸਰ ਬੋੜੀਆਂ ਦੇ ਰਹਿਣ ਵਾਲੇ ਨੇ। ਉੱਥੇ ਉਹਨਾਂ ਦਾ ਇੱਕ ਵੱਡਾ ਆਸ਼ਰਮ ਵੀ ਬਣਿਆ ਹੋਇਆ। ਰਾਜਸਥਾਨ ਦੇ ਹਰਿਆਣਾ ਬਾਰਡਰ ਦੇ ਨਾਲ ਲੱਗਦੇ ਸ਼੍ਰੀ ਗੰਗਾਨਗਰ, ਹਨੂੰਮਾਨਗੜ੍ਹ, ਚੂਰੂ ਅਤੇ ਦੂਸਰੇ ਕਈ ਜ਼ਿਲ੍ਹਿਆਂ ਵਿੱਚ ਰਾਮ ਰਹੀਮ ਦੇ ਪ੍ਰੇਮੀਆਂ ਦੀ ਕਾਫੀ ਵੱਡੀ ਗਿਣਤੀ ਹੈ। ਇਹਨਾਂ ਇਲਾਕਿਆਂ ਵਿੱਚ ਰਾਮ ਰਹੀਮ ਨੇ ਡੇਰਾ ਸੱਚਾ ਸੌਦੇ ਦੇ ਵੱਡੀ ਗਿਣਤੀ ਵਿੱਚ ਲੋਕ ਰਹਿੰਦੇ ਨੇ। ਇਹੀ ਵਜ੍ਹਾ ਕਿ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਰਾਜਸਥਾਨ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਾਂ ਦੇ 4 ਦਿਨ ਪਹਿਲਾਂ ਆਪਣਾ ਚੋਣ ਘੋਸ਼ਣਾ ਪੱਤਰ ਜਾਰੀ ਕਰ ਦਿੱਤਾ ਹੈ। ਇਸ ਚੋਣ ਜਨ ਘੋਸ਼ਣਾ ਪੱਤਰ 2 ਦਾ ਨਾਮ ਦਿੱਤਾ। ਪਾਰਟੀ ਨੇ ਚਿਰੰਜੀਵੀ ਸਿਹਤ ਸੁਰੱਖਿਆ ਬੀਮਾ ਰਾਸ਼ੀ ਜਿਹੜੀ ਆ 25 ਲੱਖ ਤੋਂ ਵਧਾ ਕੇ 50 ਲੱਖ ਰੁਪਏ ਕਰ ਦਿੱਤੀ ਆ ਤੇ ਸੂਬੇ ਦੀਆਂ ਜਿਹੜੀਆਂ 199 ਸੀਟਾਂ ਦੇ 25 ਨਵੰਬਰ ਨੂੰ ਵੋਟਾਂ ਪੈਣਗੀਆਂ। ਨੌਜਵਾਨਾਂ ਦੇ ਧਿਆਨ ਵਿੱਚ ਗੱਲ ਕਰਦੇ ਹੋਏ ਇਸ ਚੋਣ ਘੋਸ਼ਣਾ ਪੱਤਰ ਵਿੱਚ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕੀਤਾ ਗਿਆ। ਇਸ ਵਿੱਚ 4 ਲੱਖ ਸਰਕਾਰੀ ਨੌਕਰੀਆਂ ਸ਼ਾਮਲ ਹੈ। ਕਿਸਾਨਾਂ ਨੂੰ MSP ਤੇ ਫਸਲ ਖਰੀਦ ਦਾ ਕਾਨੂੰਨ ਬਣਾਉਣ ਅਤੇ ਕਿਸਾਨਾਂ ਨੂੰ 2 ਲੱਖ ਰੁਪਏ ਤੱਕ ਵਿਆਜ ਮੁਕਤ ਕਰਜ਼ਾ ਦੇਣ ਦਾ ਵੀ ਵਾਅਦਾ ਕੀਤਾ ਗਿਆ। ਇਸ ਦੇ ਨਾਲ ਹੀ ਪਿੰਡ ਦੇ ਵਪਾਰੀਆਂ ਨੂੰ 5 ਲੱਖ ਤੱਕ ਬਿਨਾਂ ਵਿਆਜ ਕਰਜ਼ੇ ਦੇਣ ਦਾ ਵਾਅਦਾ ਕੀਤਾ ਗਿਆ। ਕਿਸਾਨ ਕ੍ਰੈਡਿਟ ਕਾਰਡ ਦੀ ਤਰਜ਼ ਤੇ ਵਪਾਰੀ ਕ੍ਰੈਡਿਟ ਕਾਰਡ ਬਣਾਏ ਜਾਵੇਗੇ। ਇਸ ਦੇ ਨਾਲ ਹੀ ਰਾਜ ਵਿਧਾਨ ਸਭਾ ਪਰਿਸ਼ਦ ਬਣਾਉਣ ਦਾ ਵੀ ਵਾਅਦਾ ਕੀਤਾ ਗਿਆ। ਕਾਂਗਰਸ ਨੇ ਜੋ 7 ਗਰੰਟੀਆਂ ਦਿੱਤੀਆਂ ਉਸ ਨੂੰ ਅੱਗੇ ਚੱਲ ਕੇ BPL ਅਤੇ ਉਜਵਲਾ ਗੈਸ ਕਨੈਕਸ਼ਨ ਵਾਲੇ ਪਰਿਵਾਰਾਂ ਨੂੰ 400 ਰੁਪਏ 'ਚ ਸਿਲੰਡਰ ਦੇਣ ਦਾ ਵੀ ਵਾਅਦਾ ਕੀਤਾ ਗਿਆ। ਕਾਂਗਰਸ ਨੇ ਕਿਹਾ ਕਿ ਉਹ ਨਫ਼ਰਤੀ ਭਾਸ਼ਣ ਦੇਣ ਵਾਲੇ ਵਿਅਕਤੀਆਂ ਨੂੰ ਦੰਡਿਤ ਕਰਨ ਲਈ ਵੀ ਇੱਕ ਸਖਤ ਕਾਨੂੰਨ ਬਣਾਏਗੀ। ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ 'ਚ ਜਿਹੜੇ ਵਿਦਿਆਰਥੀ ਆਪਣੀ ਜੀਵਨ ਲੀਲਾ ਖਤਮ ਕਰ ਰਹੇ ਨੇ ਉਹਨਾਂ 'ਚ ਜਿਹੜੇ ਵੱਧਦੇ ਕੇਸ ਆ ਉਹਦੇ ਪਿੱਛੇ ਇੱਕ ਮਾਪਿਆਂ ਵੱਲੋਂ ਵੀ ਬੱਚਿਆਂ 'ਤੇ ਮਾਨਸਿਕ ਦਬਾਅ, ਇਸ ਤੋਂ ਇਲਾਵਾ ਬੇਹੱਦ ਕੰਪੀਟੀਸ਼ਨ ਵੀ ਸਟੂਡੈਂਟਸ ਨੂੰ
ਆਪਣੀ ਜੀਵਨ ਲੀਲਾ ਖਤਮ ਕਰਨ ਦੀ ਇੱਕ ਵਜ੍ਹਾ ਦੱਸਿਆ ਜਾ ਰਿਹਾ। ਦੇਸ਼ ਵਿੱਚ ਤੇਜ਼ੀ ਨਾਲ ਫੈਲਦੇ ਕੋਚਿੰਗ ਸੈਂਟਰਾਂ ਵਿੱਚ ਰੈਗੂਲਰਾਈਜ਼ ਕਰਨ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਜਸਟਿਸ ਸੰਜੀਵ ਖੰਨਾ, ਜਸਟਿਸ SVN ਭੱਟੀ ਦੇ ਬੈਂਚ ਨੇ ਕੋਚਿੰਗ ਸੈਂਟਰਾਂ ਨੂੰ ਨਿਰਦੇਸ਼ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਪਟੀਸ਼ਨ ਮੁੰਬਈ ਦੇ ਡਾਕਟਰ ਅਨੁਰੁੱਧ ਨਰੈਣ ਮਾਲਪਾਨੀ ਨੇ ਲਗਾਈ ਸੀ। ਡਾਕਟਰ ਮਾਲਪਾਨੀ ਵੱਲੋਂ ਐਡਵੋਕੇਟ ਮੋਨੀ ਪ੍ਰਿਆ ਨੇ ਕੋਰਟ ਵਿੱਚ ਦਲੀਲਾਂ ਦਿੱਤੀਆਂ ਨੇ। ਸੁਪਰੀਮ ਕੋਰਟ ਨੇ ਕਿਹਾ ਕਿ ਆਸਾਨ ਕੰਮ ਨਹੀਂ, ਇਹਨਾਂ ਮਾਮਲਿਆਂ ਦੇ ਪਿੱਛੇ ਮਾਤਾ ਪਿਤਾ ਦਾ ਵੀ ਦਬਾਅ, ਬੱਚਿਆਂ ਤੋਂ ਜ਼ਿਆਦਾ ਉਹਨਾਂ 'ਤੇ ਪੇਰੈਂਟਸ ਦਬਾਅ ਪਾ ਰਹੇ ਨੇ। ਅਜਿਹੇ ਵਿੱਚ ਅਦਾਲਤ ਕਿਵੇਂ ਨਿਰਦੇਸ਼ ਦੇ ਸਕਦਾ? ਜ਼ਿਆਦਾਤਰ ਲੋਕ ਕੋਚਿੰਗ ਸੈਂਟਰਾਂ ਦੇ ਖਿਲਾਫ ਹੈ, ਲੇਕਿਨ ਸਕੂਲਾਂ ਦਾ ਵੀ ਹਾਲ ਦੇਖੋ। ਕੰਪੀਟੀਸ਼ਨ ਦੇ ਦੌਰ 'ਚ ਸਟੂਡੈਂਟ ਦੇ ਕੋਲ ਇਹਨਾਂ ਕੋਚਿੰਗ ਸੈਂਟਰਾਂ 'ਚ ਜਾਣ ਲਈ ਇਲਾਵਾ ਕੋਈ ਹੋਰ ਆਪਸ਼ਨ ਨਹੀਂ ਹੈ। ਜਦ ਕਿ ਜਿਹੜੇ ਵਕੀਲ ਪ੍ਰਿਆ ਮੋਹਿਨੀ ਨੇ ਕਿਹਾ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ 2020 ਦੇ ਅੰਕੜਿਆਂ ਤੋਂ ਪਤਾ ਚੱਲਦਾ ਕਿ ਦੇਸ਼ ਵਿੱਚ ਲਗਭਗ 8.2% ਸਟੂਡੈਂਟਸ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ। ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲਨਾਥ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਵੇਕ ਬੰਟੀ ਸਾਰੂ ਦੀ ਹਾਰ ਜਿੱਤ ਤੇ 10 ਲੱਖ ਰੁਪਏ ਦੀ ਸ਼ਰਤ ਲਗਾਈ ਗਈ ਹੈ। ਇਹ ਸ਼ਰਤ 18 ਨਵੰਬਰ ਨੂੰ ਕਾਂਗਰਸ ਦੇ ਨਾਲ ਜੁੜੇ ਠੇਕੇਦਾਰ ਅਤੇ ਉਹਨਾਂ ਦੇ ਦੋਸਤ ਦੇ ਵਿਚਕਾਰ ਲੈਟਰ ਪੈਡ ਤੇ ਮਾਲੀਆ ਟਿਕਟ ਦੇ ਨਾਲ ਲੱਗੀ ਹੈ। ਬਿਜਲੀ ਕੰਪਨੀ ਦੇ ਠੇਕੇਦਾਰ ਪ੍ਰਕਾਸ਼ ਸਾਹੂ ਦੇ ਲੈਟਰ ਪੈਡ ਤੇ ਲਿਖਿਆ ਕਿ ਅਗਰ ਕਮਲਨਾਥ ਹਾਰਦੇ ਤਾਂ ਉਹ 10 ਲੱਖ ਰੁਪਏ ਰਾਮ ਮੋਹਨ ਸਾਹੂ ਨੂੰ ਦੇਣਗੇ, ਅਗਰ ਵਿਵੇਕ ਬੰਟੀ ਸਾਹੂ ਹਾਰਦੇ ਨਾ ਤਾਂ ਫਿਰ ਰਾਮ ਮੋਹਨ ਸਾਹੂ ਉਹਨਾਂ ਨੂੰ 1 ਲੱਖ ਰੁਪਏ ਦੇਣਗੇ। ਲੈਟਰ ਪੈਡ ਤੇ ਦੋਨਾਂ ਦੇ ਦਸਤਖਤ ਹਨ। ਤਿੰਨਾਂ ਗਵਾਹਾਂ ਨੇ ਵੀ ਸਿਗਨੇਚਰ ਕੀਤੇ ਨੇ। ਤੁਹਾਨੂੰ ਦੱਸ ਦਈਏ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 17 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ 3 ਦਸੰਬਰ ਨੂੰ ਨਤੀਜੇ ਆਉਣਗੇ। ਪ੍ਰਕਾਸ਼ ਸਾਹੂ ਮੱਧ ਪ੍ਰਦੇਸ਼ ਇਲੈਕਟ੍ਰਿਕ ਬੋਰਡ ਵਿੱਚ A ਕਲਾਸ ਠੇਕੇਦਾਰ ਨੇ। ਉਹ ਅਤੇ ਉਹਨਾਂ ਦੇ ਦੋਸਤ ਵੋਟਾਂ ਨੂੰ ਲੈ ਕੇ ਚਰਚਾ ਕਰ ਰਹੇ ਸੀ। ਉਸ ਤੋਂ ਬਾਅਦ ਗੱਲ ਜੇ ਧਾਰ 'ਤੇ ਪਹੁੰਚ ਗਈ ਅਤੇ ਫਿਰ ਇੱਥੋਂ ਤੱਕ ਪਹੁੰਚ ਗਈ ਦੋਨਾਂ ਦੋਸਤਾਂ ਵਿਚਕਾਰ ਕਿ ਉਹਨਾਂ ਨੇ ਸ਼ਰਤ ਲਗਾ ਲਈ ਔਰ ਫਿਰ ਲੈਟਰ ਪੈਡ 'ਤੇ ਜਕੇਸ਼ ਸੁਨੀਲ ਜਾਦਵ ਅਤੇ ਰਜਿੰਦਰ ਅਡਲਕ ਨੇ ਬਤੌਰ ਗਵਾਹ ਸਾਈਨ ਕੀਤੇ। ਰਾਮ ਮੋਹਨ ਸਾਹੂ ਨੇ ਦੱਸਿਆ ਕਿ ਅਸੀਂ ਲੋਕ ਸ਼ਹਿਰ ਦੇ ਵਿੱਚ ਨਾਗਪੁਰ ਰੋਡ ਸਥਿਤ ਪ੍ਰਕਾਸ਼ ਸਾਹੂ ਵਿੱਚ ਆਫਿਸ ਵਿੱਚ ਸੀ। ਪ੍ਰਕਾਸ਼ ਕਹਿਣ ਲੱਗੇ ਕਿ ਕਮਲਨਾਥ 50,000 ਵੋਟਾਂ ਨਾਲ ਜਿੱਤ ਰਹੇ ਨੇ ਅਤੇ ਅਸੀਂ ਕਿਹਾ ਕਿ ਅਜਿਹਾ ਨਹੀਂ ਹੋਏਗਾ, ਕੰਪੀਟੀਸ਼ਨ ਟਫ ਆ, ਬੰਟੀ ਸਾਹੂ ਜਿੱਤਣਗੇ। ਇਸ 'ਤੇ ਬਹਿਸ ਸ਼ੁਰੂ ਹੋ ਗਈ, ਫਿਰ ਸ਼ਰਤ ਲੱਗ ਗਈ। ਪ੍ਰਕਾਸ਼ ਸਾਹੂ ਨੇ ਕਿਹਾ ਕਿ 3 ਤਰੀਕ ਨੂੰ ਸ਼ਰਤ ਦਾ ਫੈਸਲਾ ਹੋ ਜਾਏਗਾ। ਕਮਲਨਾਥ ਜਿੱਤ ਰਹੇ ਨੇ ਅਤੇ ਮੈਨੂੰ 1 ਲੱਖ ਰੁਪਏ ਮਿਲਣਗੇ। ਸ਼ਰਤ ਦੇ ਲੈਟਰ ਪੈਡ 'ਤੇ CSP ਅਜੇ ਰਾਣਾ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਖਬਰਾਂ ਚੱਲਦੀਆਂ ਨੇ, ਅਜਿਹੀ ਖਬਰ ਸਾਡੇ ਧਿਆਨ ਵਿੱਚ ਨਹੀਂ ਆਈ ਅਤੇ ਕਾਰਵਾਈ ਫਿਰ ਹੀ ਸੰਭਵ ਹੋ ਸਕਦੀ ਹੈ। ਲੀਗਲ ਐਕਸਪਰਟ ਇਸ ਮਸਲੇ ਵਿੱਚ ਅਨੁਭਵ ਗੜੇਵਾਲ ਦਾ ਕਹਿਣਾ ਕਿ ਸ਼ਰਤ ਕਾਨੂੰਨੀ ਰੂਪ ਵਿੱਚ ਜਾਇਜ਼ ਨਹੀਂ ਹੈ। ਕਾਨੂੰਨ ਵਿੱਚ ਇਸ ਤਰ੍ਹਾਂ ਦੀ ਸ਼ਰਤ ਲਗਾਉਣ ਦੀ ਕੋਈ ਤਜਵੀਜ਼ ਨਹੀਂ ਹੈ। ਅਗਰ ਅਜਿਹਾ ਕਰੇ ਤਾਂ ਜਨਤਾ ਦੇ ਸਮਾਜ ਦੇ ਵਿਚਕਾਰ ਇੱਕ ਗਲਤ ਸੰਦੇਸ਼ ਜਾਏਗਾ। ਪੁਲਿਸ ਪ੍ਰਸ਼ਾਸਨ ਐਕਸ਼ਨ ਵੀ ਲੈ ਸਕਦਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਲਵਰ ਜ਼ਿਲ੍ਹੇ ਦੇ KK ਥੈਰਥਲ ਵਿੱਚ ਪਾਰਟੀ ਉਮੀਦਵਾਰ ਦੇ ਸਮਰਥਨ ਦੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਸ਼ਾਹ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਜਸਥਾਨ ਦੇ ਵਿੱਚ ਜਿਹੜੇ ਚੋਣਾਂ ਨੇ, ਤੁਸੀਂ ਇਹ ਨਾ ਸਮਝਣਾ ਕਿ ਸਾਡੇ 4 ਜਿਹੜੇ ਉਮੀਦਵਾਰ ਵਿਧਾਇਕ ਬਣਨ ਦਾ ਮਸਲਾ। ਉਹਨਾਂ ਕਿਹਾ ਕਿ ਚੋਣਾਂ ਅਸਲ ਦੇ ਵਿੱਚ ਰਾਜਸਥਾਨ ਦੀ ਤਸਵੀਰ ਬਦਲੇਗੀ। ਇਸ ਵਾਰ ਜਿਹੜੀ ਕਾਂਗਰਸ ਪਾਰਟੀ ਆ ਇੱਥੋਂ ਬੁਰੀ ਤਰ੍ਹਾਂ ਹਾਰੇਗੀ ਅਤੇ BJP ਦੀ ਸਰਕਾਰ ਬਣ ਰਹੀ ਹੈ। ਤੁਹਾਡਾ ਇੱਕ ਵੋਟ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਮੋਦੀ ਜੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਨਾ ਸੁਨਿਸ਼ਚਿਤ ਕਰ ਦੇਣਗੀਆਂ। ਸ਼ਾਹ ਨੇ ਵੀ ਕਿਹਾ ਕਿ ਤੁਹਾਡਾ ਇੱਕ ਵੋਟ ਇਸ ਭ੍ਰਿਸ਼ਟਾਚਾਰੀ ਗਲੋ ਸਰਕਾਰ ਨੂੰ ਉਖਾੜ ਕੇ BJP ਦੀ ਸਰਕਾਰ ਬਣਾਉਣ ਲਈ ਕੰਮ ਆਏਗਾ। ਪਿਛਲੇ 9 ਸਾਲਾਂ ਵਿੱਚ ਮੋਦੀ ਜੀ ਨੇ ਦੇਸ਼ ਨੂੰ ਸੁਰੱਖਿਅਤ ਕਰਕੇ ਬਹੁਤ ਵਧੀਆ ਕੰਮ ਕੀਤਾ ਅਤੇ ਕਾਂਗਰਸ ਪਾਰਟੀ ਨੇ 70 ਸਾਲਾਂ ਵਿੱਚ ਧਾਰਾ 370 ਸੰਭਾਲ ਕੇ ਰੱਖੀ ਸੀ ਅਤੇ ਸਾਡਾ ਕਸ਼ਮੀਰ ਅੱਤਵਾਦੀ ਭੇਟ ਚੜ੍ਹ ਗਿਆ ਸੀ ਅਤੇ ਮੋਦੀ ਜੀ ਨੇ 5 ਅਗਸਤ 2019 ਨੂੰ ਧਾਰਾ 370 ਨੂੰ ਸਮਾਪਤ ਕਰ ਦਿੱਤਾ। ਜਦ 370 ਦਾ ਬਿੱਲ ਲੈ ਕੇ ਮੈਂ ਪਾਰਲੀਮੈਂਟ ਵਿੱਚ ਖੜ੍ਹਿਆ ਸੀ ਤਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਧਾਰਾ 370 ਨੂੰ ਨਾ ਹਟਾਇਆ ਜਾਵੇ ਤਾਂ ਮੈਂ ਪੁੱਛਿਆ ਕਿਉਂ ਨਹੀਂ, ਅਤੇ ਉਹਨਾਂ ਕਿਹਾ ਕਿ ਕਸ਼ਮੀਰ ਵਿੱਚ ਖੂਨ ਦੀਆਂ ਨਦੀਆਂ ਬਹਿ ਜਾਣਗੀਆਂ। ਅੱਜ 5 ਸਾਲ ਹੋ ਗਏ ਨੇ ਅਤੇ ਅੱਜ ਮੈਂ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦਾ ਕਿ ਖੂਨ ਦੀਆਂ ਨਦੀਆਂ ਛੱਡੋ, ਕਿਸੇ ਵੀ ਕੰਕੜ
ਚਲਾਉਣ ਦੀ ਵੀ ਹਿੰਮਤ ਨਹੀਂ ਹੈ। ਪਿਛਲੇ 9 ਸਾਲ ਵਿੱਚ ਮੋਦੀ ਜੀ ਨੇ ਦੇਸ਼ ਨੂੰ ਸੇਫ ਰੱਖਿਆ। 10 ਸਾਲ ਤੱਕ ਸੋਨੀਆ ਮਨਮੋਹਨ ਦੀ ਸਰਕਾਰ ਰਹੀ। ਆਏ ਦਿਨ ਪਾਕਿਸਤਾਨ ਤੋਂ ਆਲੀਆ ਮਾਲੀਆ ਜਮਾਲੀਆ ਵੜ ਜਾਂਦੇ ਸੀ ਤੇ ਬੰਬ ਧਮਾਕੇ ਕਰਦੇ ਸੀ। ਮੋਦੀ ਜੀ ਦੇ ਸਮੇਂ ਉਰੀ ਤੇ ਪੁਲਵਾਮਾ ਹਮਲਾ ਕੀਤਾ, ਲੇਕਿਨ ਮੋਦੀ ਜੀ ਨੇ 10 ਦਿਨਾਂ ਦੇ ਵਿੱਚ ਹੀ ਸਰਜੀਕਲ ਸਟਰਾਈਕ ਅਤੇ 에ਅਰ ਸਟਰਾਈਕ ਕਰਕੇ ਪਾਕਿਸਤਾਨ ਦੇ ਘਰ ਵਿੱਚ ਵੜ ਕੇ ਅੱਤਵਾਦੀਆਂ ਦਾ ਸਫਾਇਆ ਕੀਤਾ ਤੇ ਮੋਦੀ ਨੇ PFI ਨੂੰ ਬੈਨ ਲਗਾ ਦਿੱਤਾ। ਰੋਂਗੀਆਂ ਘੁਸਪੈਠੀਆਂ ਤੇ ਨਕੇਲ ਕੱਸਣ ਦਾ ਕੰਮ ਕੀਤਾ ਤੇ ਮੋਦੀ ਜੀ ਨੇ ਦੇਸ਼ ਨੂੰ ਸੁਰੱਖਿਅਤ ਕਰਨ ਵਿੱਚ ਆਪਣਾ ਲਗਾਤਾਰ ਉਹ ਮਿਹਨਤ ਕਰ ਰਹੇ ਨੇ। ਫਿਲਹਾਲ ਦੇਸ਼ ਦਾ ਖਬਰਨਾਮਾ ਇੱਥੇ ਸਮਾਪਤ ਕਰਦੇ ਹਾਂ। ਵਧੇਰੇ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।